ਹੈਲੋ ਸਟੂਡੈਂਟਸ, ਸਭ ਤੋਂ ਪਹਿਲਾਂ ਤੁਹਾਡਾ ਸਭ ਦਾ ਸਵਾਗਤ ਹੈ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ 'ਤੇ। ਸੋ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਪੰਜਾਬ ਬੋਰਡ ਕਲਾਸ 10ਵੀਂ ਦੇ ਸਾਇੰਸ ਦਾ ਫਸਟ ਚੈਪਟਰ। ਅਸੀਂ ਇਹ ਵੀਡੀਓ ਪੰਜਾਬੀ ਮੀਡੀਅਮ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਸੋ ਕਲਾਸ 10ਵੀਂ ਦਾ ਜੋ ਪਹਿਲਾ ਚੈਪਟਰ ਹੈ, ਪਹਿਲਾ ਅਧਿਆਇ, ਜਿਸ ਦਾ ਨਾਮ ਹੈ ਰਸਾਇਣਕ ਕਿਰਿਆਵਾਂ ਅਤੇ ਸਮੀਕਰਨ। ਕਿਉਂਕਿ ਪੰਜਾਬ ਬੋਰਡ ਨੇ ਆਪਣੀ ਵੈੱਬਸਾਈਟ ਦੇ ਉੱਪਰ ਡੇਟ ਸ਼ੀਟ ਜੋ ਪੰਜਾਬ ਬੋਰਡ ਦੇ ਐਗਜ਼ਾਮ ਹੋਣੇ ਹਨ ਉਹਨਾਂ ਦੀ ਡੇਟ ਸ਼ੀਟ ਅਪਲੋਡ ਕਰ ਦਿੱਤੀ ਹੈ, ਪਲੱਸ ਜੋ ਸਿਲੇਬਸ ਪੰਜਾਬ ਬੋਰਡ ਨੇ ਕੋਵਿਡ-19 ਨੂੰ ਧਿਆਨ 'ਚ ਰੱਖਦੇ ਹੋਏ ਕੁਛ ਸਿਲੇਬਸ ਰਿਡਿਊਸ ਕੀਤਾ, ਕੁਛ ਟੌਪਿਕ ਕੱਟੇ ਨੇ, ਤਾਂ ਉਹਦੇ ਰਿਲੇਟਡ ਸਿਲੇਬਸ ਅਤੇ ਪੇਪਰ ਡਿਜ਼ਾਈਨ, ਐਗਜ਼ਾਮ ਦਾ ਡਿਜ਼ਾਈਨ, ਸੈਂਪਲ ਪੇਪਰ ਵੀ ਪੰਜਾਬ ਬੋਰਡ ਨੇ ਆਪਣੀ ਸਾਈਟ 'ਤੇ ਅਪਲੋਡ ਕੀਤੇ ਹੋਏ ਨੇ। ਸੋ ਜਦੋਂ ਅਸੀਂ ਸਿਲੇਬਸ ਦੀ ਗੱਲ ਕਰੀਏ, ਇਸ ਚੈਪਟਰ ਦੀ ਫਸਟ ਚੈਪਟਰ ਦੇ ਸਿਲੇਬਸ ਵਿੱਚ ਦੇਖੀਏ ਤਾਂ ਇਸ ਵਿੱਚ ਕੋਈ ਬਦਲਾਅ ਨਹੀਂ ਹੈ, ਮਤਲਬ ਇਹ ਪੂਰੇ ਦਾ ਪੂਰਾ ਚੈਪਟਰ ਆਏਗਾ। ਦੂਸਰੀ ਗੱਲ, ਪੇਪਰ ਡਿਜ਼ਾਈਨ ਦੇ ਵਿੱਚ ਪਹਿਲੇ 30 ਕੁਐਸਚਨ MCQ ਹਨ, ਠੀਕ ਹੈ। ਸੋ ਜਿਹਦੇ ਵਿੱਚ ਸਾਨੂੰ 4 ਆਪਸ਼ਨ ਹੋਣਗੇ, ਕਰੈਕਟ ਆਪਸ਼ਨ ਅਸੀਂ ਟਿਕ ਕਰਨਾ ਹੋਵੇਗਾ। ਸੋ ਇਹ ਜੋ ਇੱਕ ਵੱਡਾ ਬਦਲਾਅ ਪੇਪਰ ਦੇ ਵਿੱਚ ਦੇਖਣ ਨੂੰ ਆਇਆ ਕਿ MCQ ਹੋਣਗੇ। ਸੋ ਆਓ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਜੋ ਪਹਿਲਾ ਚੈਪਟਰ ਹੈ। ਇਸ ਚੈਪਟਰ ਦੇ ਕੁਛ ਟੌਪਿਕ ਰਿਵਾਈਜ਼ ਕਰਾਂਗੇ, ਕੁਛ ਕੁਐਸਚਨ MCQ ਟਾਈਪ ਕੁਐਸਚਨ ਡਿਸਕਸ ਕਰਾਂਗੇ ਚੈਪਟਰ ਰਸਾਇਣਕ ਕਿਰਿਆਵਾਂ ਅਤੇ ਸਮੀਕਰਨ। ਸੋ ਸਭ ਤੋਂ ਪਹਿਲਾ ਕੁਐਸਚਨ ਜੋ ਸਾਡੇ ਕੋਲ ਸਕਰੀਨ 'ਤੇ ਆ ਰਿਹਾ ਹੈ ਉਹ ਇਹ ਹੈ, ਕੀ ਹੁੰਦਾ ਹੈ ਜਦੋਂ ਹਾਈਡਰੋਕਲੋਰਿਕ ਐਸਿਡ ਲੋਹ ਚੂਰਨ ਉੱਤੇ ਪਾਇਆ ਜਾਂਦਾ ਹੈ। ਇਹ ਜੋ ਇੱਕ ਰਿਐਕਸ਼ਨ ਹੈ, ਇੱਕ ਕੈਮੀਕਲ ਰਿਐਕਸ਼ਨ, ਕੈਮੀਕਲ ਰਸਾਇਣਿਕ ਪ੍ਰਤੀਕਿਰਿਆ, ਜਦੋਂ ਹਾਈਡਰੋਕਲੋਰਿਕ ਐਸਿਡ ਨੂੰ ਲੋਹ ਚੂਰਨ ਉੱਤੇ ਪਾਇਆ ਜਾਂਦਾ ਹੈ, ਤਾਂ ਜੇ ਅਸੀਂ ਇਹਦੀ ਇੱਕ ਸਧਾਰਨ ਕਿਰਿਆ ਦੇਖਣੀ ਹੋਵੇ ਤਾਂ ਉਹ ਇਹ ਹੈ ਕਿ ਹਾਈਡਰੋਕਲੋਰਿਕ ਐਸਿਡ ਭਾਵ ਕਿ ਇਹ ਕੀ ਹੈ, ਇੱਕ ਤੇਜ਼ਾਬ ਹੈ, ਅਤੇ ਲੋਹਾ ਇੱਕ ਧਾਤੂ ਹੈ, ਧਾਤ ਜਾਂ ਫਿਰ ਧਾਤੂ ਅਸੀਂ ਕਹਿ ਸਕਦੇ ਹਾਂ, ਲੋਹਾ ਇੱਕ ਮੈਟਲ ਹੈ। ਤਾਂ ਇਹਦੀ ਇੱਕ ਜਨਰਲ ਰਿਐਕਸ਼ਨ ਜੋ ਸਾਡੇ ਕੋਲ ਹੁੰਦੀ ਹੈ, ਸਧਾਰਨ ਰਿਐਕਸ਼ਨ, ਉਹ ਇਹ ਹੈ ਜਦੋਂ ਵੀ ਕਿਸੇ ਤੇਜ਼ਾਬ ਨੂੰ ਧਾਤ ਦੇ ਨਾਲ ਰਸਾਇਣਿਕ ਪ੍ਰਤੀਕਿਰਿਆ ਕਰਵਾਈ ਜਾਂਦੀ ਹੈ ਤਾਂ ਸਾਨੂੰ ਜੋ ਉਤਪਾਦ ਮਿਲਦੇ ਹਨ ਉਹ ਹਨ ਉਸ ਧਾਤ ਦਾ ਲੂਣ ਅਤੇ ਹਾਈਡਰੋਜਨ ਗੈਸ। ਕਿਉਂਕਿ ਇਹ ਰਿਐਕਸ਼ਨ, ਇਹ ਪ੍ਰਤੀਕਿਰਿਆ ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਤੀਕਿਰਿਆ, ਬਹੁਤ ਇੰਪੋਰਟੈਂਟ ਰਿਐਕਸ਼ਨ ਹੈ। ਉਹਦਾ ਕਾਰਨ ਫਸਟ ਚੈਪਟਰ ਕੈਮੀਕਲ ਰਿਐਕਸ਼ਨ ਐਂਡ ਇਕੁਏਸ਼ਨ, ਰਸਾਇਣਿਕ ਪ੍ਰਤੀਕਿਰਿਆਵਾਂ ਅਤੇ ਸਮੀਕਰਨ। ਦੂਜਾ ਲੈਸਨ ਖਾਰ, ਤੇਜ਼ਾਬ ਅਤੇ ਲੂਣ। ਤੀਜਾ ਲੈਸਨ ਧਾਤਾਂ ਅਤੇ ਅਧਾਤਾਂ। ਇਹਨਾਂ ਤਿੰਨਾਂ ਹੀ ਚੈਪਟਰਸ ਦੇ ਵਿੱਚ ਇਹ ਰਿਐਕਸ਼ਨ ਅਸੀਂ ਪੜ੍ਹਨੀ ਹੁੰਦੀ ਹੈ। ਸੋ ਜੇ ਸਾਨੂੰ ਇੱਕ ਵਾਰ ਦੇ ਵਿੱਚ, ਪਹਿਲੀ ਵਾਰ ਦੇ ਵਿੱਚ ਸਾਰੀ ਰਿਐਕਸ਼ਨ ਪੜ੍ਹੀ ਜਾਵੇ ਤਾਂ ਅਸੀਂ ਕਿਸੇ ਵੀ ਚੈਪਟਰ ਦੇ ਵਿੱਚ ਇਹ ਰਿਐਕਸ਼ਨ ਨੂੰ, ਇਸ ਪ੍ਰਤੀਕਿਰਿਆ ਨੂੰ ਲਿਖਣ ਦੇ ਵਿੱਚ ਸਾਨੂੰ ਕਦੇ ਕੋਈ ਪਰੇਸ਼ਾਨੀ, ਕਦੇ ਕੋਈ ਦਿੱਕਤ ਨਹੀਂ ਆਵੇਗੀ। ਸੋ ਬਹੁਤ ਧਿਆਨ ਨਾਲ ਸਮਝਣ ਦੀ ਲੋੜ ਹੈ ਕਿ ਇਹ ਰਿਐਕਸ਼ਨ ਅਸਲ ਵਿੱਚ ਕਿਸ ਤਰ੍ਹਾਂ ਹੁੰਦੀ ਹੈ, ਕਿਉਂਕਿ ਇਹ ਇੱਕ ਜਨਰਲ ਰਿਐਕਸ਼ਨ ਹੈ ਕਿ ਜਦੋਂ ਤੇਜ਼ਾਬ ਦੇ ਨਾਲ ਧਾਤ ਦੀ ਰਿਐਕਸ਼ਨ ਹੁੰਦੀ ਹੈ ਤਾਂ ਉਸ ਧਾਤ ਦਾ ਲੂਣ ਅਤੇ ਹਾਈਡਰੋਜਨ ਗੈਸ ਰਿਲੀਜ਼ ਹੁੰਦੀ ਹੈ। ਪਰ ਇਹ ਰਿਐਕਸ਼ਨ, ਇਹ ਪ੍ਰਤੀਕਿਰਿਆ ਸਾਰੀਆਂ ਧਾਤਾਂ ਦੇ ਲਈ ਨਹੀਂ ਹੁੰਦੀ। ਇਹ ਬਹੁਤ ਧਿਆਨ ਦੇਣ ਯੋਗ ਗੱਲ ਹੈ, ਕਿਉਂਕਿ ਜੇ ਅਸੀਂ ਪਹਿਲਾਂ ਇਸ ਕੁਐਸਚਨ ਦਾ ਆਨਸਰ ਦੇਖ ਲਈਏ, ਦੇਖੋ ਇਸ ਕੁਐਸਚਨ ਦੇ ਵਿੱਚ ਸਾਨੂੰ ਕੀ ਦਿੱਤਾ ਹੋਇਆ, ਆਇਰਨ ਮਤਲਬ ਲੋਹਾ। ਤਾਂ ਲੋਹਾ ਹਾਈਡਰੋਕਲੋਰਿਕ ਐਸਿਡ ਨਾਲ ਰਿਐਕਟ ਕਰੂਗਾ ਤਾਂ ਇਹਦੇ ਨਾਲ ਪ੍ਰਤੀਕਿਰਿਆ ਕਰੂਗਾ, ਕੀ ਸਾਨੂੰ ਉਤਪਾਦ ਬਣਾਏਗਾ,
ਤਾਂ ਆਪਾਂ ਇੱਕ ਵਾਰੀ ਇਹ ਰਿਐਕਸ਼ਨ ਨੂੰ ਸਮਝ ਕੇ ਫਿਰ ਦੇਖਦੇ ਹਾਂ ਇਹਦਾ ਕੀ ਆਨਸਰ ਆਉਂਦਾ ਹੈ। ਦੇਖੋ, ਜਦੋਂ ਤੇਜ਼ਾਬ ਹੈ ਸਾਡੇ ਕੋਲ ਹਾਈਡਰੋਕਲੋਰਿਕ ਐਸਿਡ, ਮੈਂ ਇੱਥੇ ਇਸ ਦਾ ਫਾਰਮੂਲਾ ਲਿਖ ਸਕਦਾ HCl। ਇਹਦੀ ਰਿਐਕਸ਼ਨ ਕਰਵਾ ਰਹੇ ਹਾਂ ਲੋਹੇ ਨਾਲ, Fe ਆਇਰਨ ਦਾ ਸਿੰਬਲ, ਤਾਂ ਸਾਨੂੰ ਕੀ ਉਤਪਾਦ ਮਿਲ ਰਿਹਾ ਹੈ? FeCl3। ਇਹ ਕੀ ਹੈ? ਆਇਰਨ ਕਲੋਰਾਈਡ ਪਲੱਸ ਹਾਈਡਰੋਜਨ ਗੈਸ। ਇਹਦਾ ਮਤਲਬ ਸਾਨੂੰ ਕੀ ਮਿਲ ਰਿਹਾ ਇਸ ਰਿਐਕਸ਼ਨ ਦੇ ਵਿੱਚ? ਆਇਰਨ ਕਲੋਰਾਈਡ ਅਤੇ ਹਾਈਡਰੋਜਨ ਗੈਸ, ਜੋ ਜਰਨਲ ਰਿਐਕਸ਼ਨ ਹੈ ਉਹਦੇ ਅਕੋਰਡਿੰਗ। ਸੋ ਜਦੋਂ ਅਸੀਂ ਆਪਣਾ ਉੱਤਰ ਇਹਦੇ ਵਿੱਚ ਦੇਖਦੇ ਹਾਂ ਤਾਂ ਕਿਹੜਾ ਆਪਸ਼ਨ ਸਹੀ ਹੈ? ਤਾਂ ਫਸਟ ਆਪਸ਼ਨ, ਹਾਈਡਰੋਜਨ ਗੈਸ ਅਤੇ ਆਇਰਨ ਕਲੋਰਾਈਡ ਪੈਦਾ ਹੁੰਦੇ ਹਨ। ਤਾਂ ਇਹਦਾ ਸਾਡੇ ਕੋਲ ਪਹਿਲਾ ਉੱਤਰ, ਪਹਿਲਾ ਆਪਸ਼ਨ ਊੜਾ ਆਪਸ਼ਨ ਹੈ, ਉਹ ਇਹਦਾ ਸਹੀ ਆਨਸਰ ਹੈ। ਸੋ ਆਓ ਹੁਣ ਇਸ ਕੁਐਸਚਨ ਨੂੰ ਹੋਰ ਡਿਟੇਲ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਾਡੇ ਕੋਲ ਜੋ ਰਿਐਕਸ਼ਨ ਹੈ, ਜੋ ਅਸੀਂ ਰਿਐਕਸ਼ਨ ਲਿਖੀ ਹੈ ਤੇਜ਼ਾਬ ਅਤੇ ਧਾਤ, ਉਹ ਤੋਂ ਸਾਨੂੰ ਮਿਲਦਾ ਹੈ ਧਾਤ ਦਾ ਲੂਣ ਅਤੇ ਹਾਈਡਰੋਜਨ ਗੈਸ। ਤਾਂ ਜੇ ਅਸੀਂ HCl ਦੇ ਵਿੱਚ HCl ਦੀ ਰਿਐਕਸ਼ਨ ਕਿਸੇ ਹੋਰ ਧਾਤ, ਮੰਨ ਲਓ ਸਿਲਵਰ, ਚਾਂਦੀ ਨਾਲ ਕਰਵਾਉਂਦੇ ਹਾਂ, ਜਾਂ ਫਿਰ HCl ਦੀ ਰਿਐਕਸ਼ਨ ਤਾਂਬੇ ਨਾਲ ਕਰਵਾਉਂਦੇ ਹਾਂ, ਤਾਂ ਕੀ ਸਾਨੂੰ ਸਿਲਵਰ ਕਲੋਰਾਈਡ ਜਾਂ ਫਿਰ ਕਾਪਰ ਕਲੋਰਾਈਡ ਮਿਲੇਗਾ? ਤਾਂ ਉਹਦਾ ਆਨਸਰ ਕੀ ਹੋਵੇਗਾ? ਆਓ ਅਸੀਂ ਧਾਤਾਂ ਦੀ ਕਿਰਿਆਸ਼ੀਲਤਾ ਲੜੀ ਤੋਂ ਸਮਝੀਏ। ਧਾਤਾਂ ਦੀ ਕਿਰਿਆਸ਼ੀਲਤਾ ਲੜੀ, ਜੋ ਕਿ ਧਾਤਾਂ ਦਾ ਇੱਕ ਅਰੇਂਜਮੈਂਟ ਹੈ, ਇੱਕ ਲੜੀ ਬਣੀ ਹੋਈ ਹੈ ਕਿ ਜੋ ਧਾਤ ਸਭ ਤੋਂ ਉੱਪਰ ਹੋਵੇਗੀ ਉਹ ਧਾਤ ਸਭ ਤੋਂ ਜ਼ਿਆਦਾ ਕਿਰਿਆਸ਼ੀਲ ਹੋਵੇਗੀ। ਤਾਂ ਜਦੋਂ ਅਸੀਂ ਉਹ ਲੜੀ ਨੂੰ ਸਮਝਦੇ ਹਾਂ ਤਾਂ ਉਹ ਲੜੀ ਦੇ ਵਿੱਚ ਸਭ ਤੋਂ ਉੱਪਰ ਜੋ ਧਾਤ ਆਉਂਦੀ ਹੈ, ਜੋ ਸਾਨੂੰ NCERT ਦਾ ਡਾਟਾ ਹੈ ਉਹਦੇ ਅਕੋਰਡਿੰਗ ਸਭ ਤੋਂ ਜ਼ਿਆਦਾ ਕਿਰਿਆਸ਼ੀਲ, ਕਲਾਸ 10ਵੀਂ ਦੇ ਵਿੱਚ ਜੋ ਸਾਨੂੰ ਕਿਰਿਆਸ਼ੀਲਤਾ ਲੜੀ ਪੜ੍ਹਾਈ ਜਾਂਦੀ ਹੈ, ਸਭ ਤੋਂ ਪਹਿਲੀ ਪੋਟਾਸ਼ੀਅਮ, ਫਿਰ ਸੋਡੀਅਮ, ਫਿਰ ਕੈਲਸ਼ੀਅਮ, ਫਿਰ ਮੈਗਨੀਸ਼ੀਅਮ, ਉਸ ਤੋਂ ਬਾਅਦ ਐਲੂਮੀਨੀਅਮ, ਐਲੂਮੀਨੀਅਮ ਦੇ ਥੱਲੇ ਜ਼ਿੰਕ, ਫਿਰ ਆਇਰਨ, ਉਸ ਤੋਂ ਬਾਅਦ ਲੈਡ, ਫਿਰ ਹਾਈਡਰੋਜਨ, ਉਸ ਤੋਂ ਬਾਅਦ ਕਾਪਰ, ਫਿਰ ਸਿਲਵਰ, ਕਾਪਰ ਤੋਂ ਬਾਅਦ ਮਰਕਰੀ, ਮਰਕਰੀ ਤੋਂ ਬਾਅਦ ਸਿਲਵਰ, ਫਿਰ AU ਮਤਲਬ ਗੋਲਡ। ਠੀਕ ਹੈ, ਪੋਟਾਸ਼ੀਅਮ, ਸੋਡੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਐਲੂਮੀਨੀਅਮ, ਜ਼ਿੰਕ ਪੰਜਾਬੀ ਵਿੱਚ ਜਿਸਤ, ਆਇਰਨ ਪੰਜਾਬੀ ਵਿੱਚ ਲੋਹਾ, ਲੈਡ ਜਿਸ ਨੂੰ ਪੰਜਾਬੀ ਵਿੱਚ ਸਿੱਕਾ ਬੋਲਿਆ ਜਾਂਦਾ ਹੈ, ਹਾਈਡਰੋਜਨ, ਕਾਪਰ ਜਿਸ ਨੂੰ ਪੰਜਾਬੀ ਵਿੱਚ ਤਾਂਬਾ ਕਿਹਾ ਜਾਂਦਾ ਹੈ, HG ਹੈ ਇਹ, HG ਮਰਕਰੀ, HG ਹੈ ਮਰਕਰੀ ਜਿਸ ਨੂੰ ਪੰਜਾਬੀ ਵਿੱਚ ਅਸੀਂ ਪਾਰਾ ਕਹਿੰਦੇ ਹਾਂ। ਉਸ ਤੋਂ ਬਾਅਦ ਸਿਲਵਰ ਚਾਂਦੀ, ਐਂਡ AU ਗੋਲਡ ਜਿਹਨੂੰ ਪੰਜਾਬੀ ਵਿੱਚ ਸੋਨਾ ਕਿਹਾ ਜਾਂਦਾ ਹੈ। ਤਾਂ ਜਦੋਂ ਤੁਸੀਂ ਇਹ ਕਿਰਿਆਸ਼ੀਲਤਾ ਲੜੀ ਨੂੰ ਦੇਖੋਗੇ, ਇਹਨਾਂ ਵਿੱਚ ਬਾਕੀ ਸਾਰੀਆਂ ਧਾਤਾਂ ਹਨ, ਸਿਰਫ ਇੱਕ ਅਧਾਤ ਹੈ, ਉਸ ਅਧਾਤ ਦਾ ਨਾਮ ਕੀ ਹੈ? ਹਾਈਡਰੋਜਨ। ਠੀਕ ਹੈ, ਸੋ ਇਹਨਾਂ ਵਿੱਚੋਂ ਇੱਕ ਅਧਾਤ ਹੈ ਹਾਈਡਰੋਜਨ, ਬਾਕੀ ਸਾਰੀਆਂ ਕੀ ਹਨ? ਧਾਤਾਂ। ਜਿੰਨੀਆਂ ਵੀ ਧਾਤਾਂ ਹਾਈਡਰੋਜਨ ਤੋਂ ਉੱਪਰ ਹਨ, ਜਿੰਨੀਆਂ ਵੀ ਧਾਤਾਂ ਹਾਈਡਰੋਜਨ ਤੋਂ ਉੱਪਰ ਨੇ, ਉਹ ਸਾਰੀਆਂ ਹਾਈਡਰੋਜਨ ਗੈਸ ਨੂੰ ਵਿਸਥਾਪਿਤ ਕਰ ਸਕਦੀਆਂ ਨੇ, ਹਾਈਡਰੋਜਨ ਨੂੰ ਵਿਸਥਾਪਿਤ ਕਰ ਸਕਦੀਆਂ ਇਸ ਦੇ ਯੌਗਿਕ ਦੇ ਵਿੱਚੋਂ। ਤਾਂ ਸਾਨੂੰ ਕੀ ਪਤਾ ਹੈ, ਜੋ ਤੇਜ਼ਾਬ ਹੁੰਦੇ ਹਨ, ਜੋ ਐਸਿਡ ਹੁੰਦੇ ਹਨ, ਉਹ ਹਾਈਡਰੋਜਨ ਦੇ ਹੀ ਤਾਂ ਯੌਗਿਕ ਹੁੰਦੇ ਹਨ। ਸੋ ਜਿੰਨੀਆਂ ਮੈਟਲਸ, ਜਿੰਨੀਆਂ ਧਾਤਾਂ ਹਾਈਡਰੋਜਨ ਤੋਂ ਉੱਪਰ ਹਨ, ਪੋਟਾਸ਼ੀਅਮ, ਸੋਡੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਐਲੂਮੀਨੀਅਮ, ਜ਼ਿੰਕ, ਆਇਰਨ, ਲੈਡ, ਇਹ ਸਾਰੀਆਂ ਮੈਟਲਸ, ਜਦੋਂ ਇਹ ਸਾਰੀਆਂ ਧਾਤਾਂ ਕਿਸੇ ਵੀ ਤੇਜ਼ਾਬ ਨਾਲ ਰਿਐਕਸ਼ਨ ਕਰਨਗੀਆਂ
ਤਾਂ ਹਾਈਡਰੋਜਨ ਗੈਸ ਉਹਨਾਂ ਦੇ ਵਿੱਚ ਪੈਦਾ ਹੋਵੇਗੀ ਅਤੇ ਉਸ ਧਾਤ ਦਾ ਲੂਣ ਪੈਦਾ ਹੋਵੇਗਾ। ਪਰ ਜੇ ਇਸ ਦੀ ਰਿਐਕਸ਼ਨ ਇਸ ਤੋਂ ਥੱਲੇ ਵਾਲੀ ਹਾਈਡਰੋਜਨ ਤੋਂ ਥੱਲੇ ਵਾਲੀ ਕਿਸੇ ਮੈਟਲ ਨਾਲ ਕਰਾਵਾਂਗੇ, ਥੱਲੇ ਵਾਲੀ ਕਿਸੇ ਧਾਤ ਨਾਲ ਕਰਾਵਾਂਗੇ, ਤਾਂ ਹਾਈਡਰੋਜਨ ਗੈਸ ਪੈਦਾ ਨਹੀਂ ਹੋਵੇਗੀ। ਸੋ ਇੱਕ ਵਾਰ ਤੋਂ ਫਿਰ ਤੋਂ ਇਸ ਨੂੰ ਰਿਪੀਟ ਕਰਕੇ ਦੇਖੋ। ਪੋਟਾਸ਼ੀਅਮ, ਸੋਡੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਐਲੂਮੀਨੀਅਮ, ਜ਼ਿੰਕ, ਆਇਰਨ, ਲੈਡ, ਉਸ ਤੋਂ ਬਾਅਦ ਆਉਂਦਾ ਹੈ ਹਾਈਡਰੋਜਨ। ਠੀਕ ਹੈ, ਇਹ ਕਿਰਿਆਸ਼ੀਲਤਾ ਲੜੀ ਨੂੰ ਯਾਦ ਕਰਨ ਲਈ ਵੀ ਇੱਕ ਨੋਮਨਿਕਸ ਹੁੰਦਾ, ਉਹ ਵੀ ਤੁਸੀਂ ਯਾਦ ਕਰ ਸਕਦੇ ਹੋ। ਉਹ ਨੋਮਨਿਕਸ ਕੀ ਹੈ? ਇਸ ਨੂੰ ਬੋਲਿਆ ਜਾਂਦਾ ਹੈ ਕਾਲੂ ਨਾਥ ਕਾ ਮਾਲੀ ਆਲੂ ਜਰਾ ਫੀਕੇ ਪਕਾਤਾ ਹੈ। ਕੇ ਫॉर पोटाशियम, नाथ Na सोडियम, Ca कैल्शियम, Mg मैगनीशियम, एलूमीਨੀਅਮ, जिंक, आयरन, लैड ਅਤੇ हाइड्रोजन। ਉਸ ਤੋਂ ਅੱਗੇ कौन है आगे आओ। कौन Cu कॉपर, है Hg मरकरी मतलब पारा, आगे Ag सिल्वर, आओ मीनस गोल्ड। ਸੋ ਤੁਸੀਂ ਇਹ ਨੋਮਨਿਕਸ ਨੂੰ ਇਸ ਨੂੰ ਯਾਦ ਕਰਕੇ ਧਾਤਾਂ ਦੀ ਕਿਰਿਆਸ਼ੀਲਤਾ ਲੜੀ ਵੀ ਯਾਦ ਰੱਖ ਸਕਦੇ ਹੋ। ਉਹਦੇ ਨਾਲ ਇਸ ਲੜੀ, ਜਿਸ ਨੂੰ ਕਿਰਿਆਸ਼ੀਲਤਾ ਲੜੀ ਪਤਾ ਹੋਵੇਗੀ, ਉਹ ਕੋਈ ਵੀ ਰਿਐਕਸ਼ਨ ਕਿਸੇ ਵੀ ਧਾਤ ਅਤੇ ਕਿਸੇ ਵੀ ਤੇਜ਼ਾਬ ਦੇ ਵਿੱਚ ਹੋਵੇਗੀ, ਉਹ ਪ੍ਰਤੀਕਿਰਿਆ ਦਾ ਆਨਸਰ, ਉਹ ਪ੍ਰਤੀਕਿਰਿਆ ਨੂੰ ਤੁਸੀਂ ਸਮਝ ਸਕਦੇ ਹੋ। ਠੀਕ ਹੈ, ਸੋ ਚਲੋ ਇਸ ਦੀਆਂ ਕੁਛ ਐਗਜ਼ਾਮਪਲਸ ਆਪਾਂ ਡਿਸਕਸ ਕਰਦੇ ਹਾਂ। ਜਿਵੇਂ ਪਹਿਲੀ ਐਗਜ਼ਾਮਪਲ ਸਾਡੇ ਕੋਲ ਹੋ ਗਈ ਜੋ ਇਸ ਕੁਐਸਚਨ ਦੇ ਵਿੱਚ ਸੀ, ਆਇਰਨ। ਆਇਰਨ ਹਾਈਡਰੋਜਨ ਤੋਂ ਉੱਪਰ ਹੈ। ਠੀਕ ਹੈ, ਸੋ ਹੁਣ ਅਸੀਂ ਕੁਛ ਐਗਜ਼ਾਮਪਲ ਡਿਸਕਸ ਕਰਨ ਲੱਗੇ ਹਾਂ। ਮੰਨ ਲਓ ਕੁਐਸਚਨ ਹੈ ਸਲਫਿਊਰਿਕ ਐਸਿਡ ਦੇ ਨਾਲ। ਠੀਕ ਹੈ, ਕਿਉਂਕਿ ਤੇਜ਼ਾਬ ਮੇਨਲੀ ਅਸੀਂ ਹਾਈਡਰੋਕਲੋਰਿਕ ਐਸਿਡ ਅਤੇ ਸਲਫਿਊਰਿਕ ਐਸਿਡ ਦੀ ਗੱਲ ਕਰਾਂਗੇ। H2SO4 ਸਲਫਿਊਰਿਕ ਐਸਿਡ ਪਲੱਸ ਜ਼ਿੰਕ, ਤਾਂ ਦੱਸੋ ਕੀ ਉਤਪਾਦ ਮਿਲਣਗੇ। ਉਸ ਤੋਂ ਬਾਅਦ ਸਲਫਿਊਰਿਕ ਐਸਿਡ H2SO4 ਪਲੱਸ ਕਾਪਰ, ਤਾਂ ਇਸ ਵਿੱਚ ਸਾਨੂੰ ਕੀ ਉਤਪਾਦ ਮਿਲਣਗੇ। ਤਾਂ ਇਸ ਕੁਐਸਚਨ ਨੂੰ ਕਰਨ ਦੀ ਕੋਸ਼ਿਸ਼ ਕਰੋ, ਇਸ ਦਾ ਆਨਸਰ ਸਾਨੂੰ ਕੀ ਮਿਲੇਗਾ। ਤਾਂ ਜਦੋਂ ਅਸੀਂ ਕਿਰਿਆਸ਼ੀਲਤਾ ਲੜੀ ਵਿੱਚ ਦੇਖਾਂਗੇ ਤਾਂ ਜ਼ਿੰਕ ਜੋ ਕਿ ਹਾਈਡਰੋਜਨ ਤੋਂ ਉੱਪਰ ਹੈ, ਜ਼ਿੰਕ ਹਾਈਡਰੋਜਨ ਤੋਂ ਉੱਪਰ ਹੋਣ ਕਰਕੇ ਹਾਈਡਰੋਜਨ ਨੂੰ ਜ਼ਿਆਦਾ ਰਿਐਕਟਿਵ ਹੈ, ਇਸ ਤੋਂ ਜ਼ਿਆਦਾ ਕਿਰਿਆਸ਼ੀਲ ਹੈ। ਤਾਂ ਜ਼ਿੰਕ ਕੀ ਕਰੇਗਾ, ਹਾਈਡਰੋਜਨ ਨੂੰ ਵਿਸਥਾਪਿਤ ਕਰ ਦੇਵੇਗਾ। ਵਿਸਥਾਪਿਤ ਕਰਨ ਦਾ ਮਤਲਬ ਕੀ ਹੈ, ਜ਼ਿੰਕ ਹਾਈਡਰੋਜਨ ਦੀ ਜਗ੍ਹਾ ਲੈ ਕੇ ਇੱਥੇ ਜ਼ਿੰਕ ਸਲਫੇਟ ਬਣਾ ਦੇਵੇਗਾ, ਨਾਲ ਹਾਈਡਰੋਜਨ ਗੈਸ ਰਿਲੀਜ਼ ਹੋ ਜਾਵੇਗੀ। ਪਰ ਜਦੋਂ ਰਿਐਕਸ਼ਨ ਅਸੀਂ ਸਲਫਿਊਰਿਕ ਐਸਿਡ ਅਤੇ ਕਾਪਰ ਦੀ ਦੇਖਦੇ ਹਾਂ ਤਾਂ ਸਾਨੂੰ ਕੀ ਪਤਾ ਹੈ, ਕਾਪਰ ਕਿਰਿਆਸ਼ੀਲਤਾ ਲੜੀ ਦੇ ਵਿੱਚ ਜੋ ਅਸੀਂ ਹੁਣੇ ਨੋਟ ਕੀਤੀ ਹੈ, ਉਸ ਕਿਰਿਆਸ਼ੀਲਤਾ ਲੜੀ ਦੇ ਵਿੱਚ ਜੇ ਹਾਈਡਰੋਜਨ ਤੋਂ ਥੱਲੇ ਹੈ। ਜੇ ਹਾਈਡਰੋਜਨ ਤੋਂ ਥੱਲੇ, ਇਸ ਦਾ ਮਤਲਬ ਕਾਪਰ ਹਾਈਡਰੋਜਨ ਤੋਂ ਜ਼ਿਆਦਾ ਕਿਰਿਆਸ਼ੀਲ ਨਹੀਂ ਹੈ, ਹਾਈਡਰੋਜਨ ਨੂੰ ਵਿਸਥਾਪਿਤ ਨਹੀਂ ਕਰ ਪਾਏਗਾ। ਸੋ ਇੱਥੇ ਅਸੀਂ ਲਿਖਾਂਗੇ ਨੋ ਰਿਐਕਸ਼ਨ, ਕੋਈ ਪ੍ਰਤੀਕਿਰਿਆ ਨਹੀਂ ਹੋਵੇਗੀ। ਠੀਕ ਹੈ, ਸੋ ਆਈ ਹੋਪ ਕਿ ਟੌਪਿਕ ਜੋ ਉਮੀਦ ਕਰਦੇ ਹਾਂ ਜੋ ਸਮਝਾਇਆ ਗਿਆ ਤੁਹਾਨੂੰ ਸਮਝ ਲੱਗਿਆ ਹੋਵੇਗਾ। ਸੋ ਇੱਥੇ ਹੀ ਅਸੀਂ ਇਸ ਕੁਐਸਚਨ ਨੂੰ ਖ਼ਤਮ ਕਰਦੇ ਹਾਂ ਅਤੇ ਅਗਲੇ ਕੁਐਸਚਨ 'ਤੇ ਹਾਂਜੀ, ਨੈਕਸਟ ਕੁਐਸਚਨ, ਹੇਠ ਲਿਖਿਆਂ ਵਿੱਚੋਂ ਕਿਹੜੀ ਅਧਾਤ ਹੈ ਜਿਹੜੀ ਧਾਤਾਂ ਦੀ ਕਿਰਿਆਸ਼ੀਲਤਾ ਲੜੀ ਵਿੱਚ ਮੌਜੂਦ ਰਹਿੰਦੀ ਹੈ। ਹੁਣੇ ਹੀ ਅਸੀਂ ਪੜ੍ਹਿਆ ਕਿਰਿਆਸ਼ੀਲਤਾ ਲੜੀ ਦੇ ਵਿੱਚ ਕਿਹੜੀ ਅਧਾਤ ਹੈ। ਦੇਖੋ ਬਾਕੀ ਸਾਰੀਆਂ ਧਾਤਾਂ ਹਨ, ਕਿਹੜੀ ਅਧਾਤ ਹੈ ਜੋ ਕਿਰਿਆਸ਼ੀਲਤਾ ਲੜੀ 'ਚ ਮੌਜੂਦ ਰਹਿੰਦੀ ਹੈ, ਉਹ ਹੈ ਹਾਈਡਰੋਜਨ। ਠੀਕ ਹੈ, ਹਾਈਡਰੋਜਨ ਇੱਕ ਐਸੀ ਅਧਾਤ ਹੈ ਜੋ ਧਾਤਾਂ ਦੀ ਕਿਰਿਆਸ਼ੀਲਤਾ ਲੜੀ ਦੇ ਵਿੱਚ
ਮੌਜੂਦ ਰਹਿੰਦੀ ਹੈ ਅਤੇ ਇਹਦੇ ਨਾਲ ਫਿਰ ਤੋਂ ਯਾਦ ਕਰ ਲਓ, ਜੋ ਹਾਈਡਰੋਜਨ ਤੋਂ ਉੱਪਰ ਧਾਤਾਂ ਹਨ ਉਹ ਐਸਿਡ ਦੇ ਵਿੱਚੋਂ ਹਾਈਡਰੋਜਨ ਗੈਸ ਪੈਦਾ ਕਰਦੀਆਂ ਹਨ। ਤੇਜ਼ਾਬ ਦੇ ਵਿੱਚੋਂ ਜੋ ਹਾਈਡਰੋਜਨ ਤੋਂ ਥੱਲੇ ਵਾਲੀਆਂ ਧਾਤਾਂ ਹਨ ਉਹ ਹਾਈਡਰੋਜਨ ਗੈਸ ਪੈਦਾ ਨਹੀਂ ਕਰ ਸਕਦੀਆਂ। ਠੀਕ ਹੈ, ਸੋ ਆਸ ਹੈ ਤੁਹਾਨੂੰ ਇਹ ਸਾਰਾ ਜੋ ਪੜ੍ਹਾਇਆ ਹੋਇਆ ਉਹ ਸਮਝ ਆਇਆ ਹੋਵੇਗਾ। ਅਤੇ ਜੇ ਤੁਹਾਨੂੰ ਸਾਡਾ ਇਹ ਕੰਟੈਂਟ, ਸਾਡੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰੋ ਅਤੇ ਲਾਈਕ ਕਰ ਦਿਓ ਜੀ। ਧੰਨਵਾਦ।